ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਲਰਨਿੰਗ ਪੁਆਇੰਟ ਤੇ। ਅੱਜ ਡੈਰੀਵੇਟਿਵ ਦੇ ਉੱਪਰ ਇਹ ਤੀਸਰੀ ਵੀਡੀਓ ਹੈ। ਇਸ ਤੋਂ ਪਹਿਲਾਂ ਦੋ ਵੀਡੀਓਜ਼ ਰਿਕਾਰਡ ਕਰ ਚੁੱਕੇ ਹਾਂ। ਜਿਹੜੇ ਸਟੂਡੈਂਟਸ ਨੇ ਐਕਸਰਸਾਈਜ਼ 5.4 ਤੱਕ ਦਾ ਕੰਟੈਂਟ ਦੇਖਣਾ ਹੋਵੇ ਜਾਂ ਸਪੈਸ਼ਲੀ ਇੱਕ ਵੀਡੀਓ ਰਿਕਾਰਡ ਕੀਤੀ ਹੈ ਡੈਰੀਵੇਟਿਵ ਕੀ ਹੈ, ਵਟ ਇਜ਼ ਡੈਰੀਵੇਟਿਵ, ਉਹਦੀ ਡੈਰੀਵੇਸ਼ਨ ਫਾਰਮੂਲੇ ਦੀ ਲਿਮਿਟ ਦਾ ਕੰਸੈਪਟ ਉਹਦੇ ਵਿੱਚ ਡਿਸਕਸ ਕੀਤਾ ਵਾ। ਉਹ ਤੁਸੀਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਾਓਗੇ, ਉੱਥੇ ਲਿੰਕ ਤੁਹਾਨੂੰ ਮਿਲ ਜਾਣਗੇ, ਉੱਥੇ ਕਲਿੱਕ ਕਰਕੇ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਜੀ। ਅੱਜ ਅਸੀਂ ਐਕਸਰਸਾਈਜ਼ 5.5 ਜਿਹੜੀ ਹੈ ਉਸ ਤੋਂ ਅੱਗੇ ਗੱਲ ਕਰਾਂਗੇ। ਔਰ ਐਕਸਰਸਾਈਜ਼ 5.5 ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਸੁਜੈਸ਼ਨ ਹੈ ਕਿ ਬੇਸਿਕ ਜਿਹੜੇ ਰੂਲਸ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਦੇਖ ਲਈਏ ਕਿ ਕੀ ਰੂਲਸ ਨੇ। ਕੌਨਸਟੈਂਟ ਜਿਹੜਾ ਵਾ ਉਹਦੀ ਡਿਫਰੈਂਸ਼ੀਏਸ਼ਨ ਜਿਹੜੀ ਆ, ਉਹਦਾ ਡੈਰੀਵੇਟਿਵ ਜਿਹੜਾ ਵਾ ਉਹ 0 ਹੁੰਦਾ ਵਾ। ਇਸੇ ਤਰੀਕੇ ਨਾਲ ਡੈਰੀਵੇਟਿਵ ਆਫ ਕੋਈ ਵੀ ਫੰਕਸ਼ਨ ਦੇ ਨਾਲ ਕੌਨਸਟੈਂਟ ਮਲਟੀਪਲਾਈ ਹੋਇਆ ਵਾ ਤੇ ਉਹ ਕੌਨਸਟੈਂਟ ਬਾਹਰ ਆ ਜਾਏਗਾ, ਉੱਥੇ ਤੁਸੀਂ ਡੈਰੀਵੇਟਿਵ ਜਿਹੜਾ ਫੰਕਸ਼ਨ ਦੀ ਡਿਫਰੈਂਸ਼ੀਏਸ਼ਨ ਕਰ ਸਕਦੇ ਜੀ। x raised to power n ਦੀ ਡਿਫਰੈਂਸ਼ੀਏਸ਼ਨ n into x raised to power n minus 1 ਬੜਾ ਕਾਮਨ ਫਾਰਮੂਲਾ। ਡੈਰੀਵੇਟਿਵ ਜਿਹੜਾ ਵਾ ਉਹ ਪਲੱਸ ਔਰ ਮਾਈਨਸ ਦੇ ਉੱਪਰ ਅਸੀਂ ਸੈਪਰੇਟਲੀ ਅਪਲਾਈ ਕਰ ਸਕਦੇ ਹਾਂ। ਦੋਨੋਂ ਕੇਸਿਸ ਨੋਟ ਕਰ ਲਓ। u into v ਵੀ ਕਹਿੰਦੇ ਇਹਨੂੰ ਆਪਾਂ। fx ਡੈਰੀਵੇਟਿਵ ਆਫ gx ਪਲੱਸ gx ਡੈਰੀਵੇਟਿਵ ਆਫ x ਨੋਟ ਕਰ ਲਓ। fx ਓਵਰ gx ਬੜਾ ਕਾਮਨ ਫਾਰਮੂਲਾ ਵਾ। ਇੱਥੇ ਮਿਸਟੇਕ ਜਿਹੜੀ ਆ ਉਹ ਸਟੂਡੈਂਟ ਕਰਦੇ ਆ ਕਿ ਇੱਥੇ fx into g dash x ਲਿਖ ਦਿੰਦੇ, ਇਹਨੂੰ ਇਨਸ਼ੋਰ ਕਰ ਲਓ। f of x ਇਹਨੂੰ ਆਪਾਂ ਕਈ ਵਾਰੀ ਕੁਝ ਜਗ੍ਹਾ ਇਸ ਤਰ੍ਹਾਂ ਵੀ ਲਿਖਿਆ ਹੁੰਦਾ, ਡੈਰੀਵੇਟਿਵ ਆਫ f of u, ਉਹ ਕਿਹਦੇ ਇਕੁਅਲ ਹੁੰਦਾ ਵਾ, f dash u into du by dx। ਇੱਥੇ ਵੀ ਉਹੀ ਚੀਜ਼ ਹੈ। ਇਸ ਤੋਂ ਬਾਅਦ ਕੁਝ ਲੌਗ ਦੇ ਜਿਹੜੇ ਰਿਜ਼ਲਟ ਨੇ ਉਹ ਅਪਲਾਈ ਹੋਣੇ ਨੇ ਇੱਥੇ, ਔਰ ਉਹਨਾਂ ਨੂੰ ਵੀ ਅਸੀਂ ਥੋੜ੍ਹਾ ਧਿਆਨ 'ਚ ਰੱਖਣਾ। ਔਰ ਮੇਰੀ ਨਾਲ ਸੁਜੈਸ਼ਨ ਹੈ ਤੁਹਾਨੂੰ ਸਾਰਿਆਂ ਨੂੰ ਕਿ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੀਆਂ ਜਿਹੜੀਆਂ ਟ੍ਰਿਗਨੋਮੈਟ੍ਰਿਕ ਫੰਕਸ਼ਨ ਨਾਲ ਰਿਲੇਟਡ ਜਿੰਨੀਆਂ ਵੀ ਆਇਡੈਂਟੀਟੀਜ਼ ਜਿੰਨੇ ਰਿਜ਼ਲਟ ਨੇ ਉਹ ਯਾਦ ਕਰ ਲਓ, ਬਹੁਤ ਜ਼ਰੂਰੀ ਨੇ, ਬੜਾ ਫਾਇਦਾ ਹੋਣ ਵਾਲਾ ਤੁਹਾਨੂੰ। ਕਿਉਂਕਿ ਇਸ ਤੋਂ ਬਾਅਦ ਐਪਲੀਕੇਸ਼ਨ ਆਫ ਡੈਰੀਵੇਟਿਵ ਤੋਂ ਬਾਅਦ ਨੈਕਸਟ ਕੰਸੈਪਟ ਆ ਜਾਣਾ ਇੰਟੈਗਰਲ ਦਾ। ਔਰ ਉਹਦੇ ਵਿੱਚ ਦੇਖੋ ਜਿਹੜਾ ਬੱਚੇ ਦਾ ਡੈਰੀਵੇਟਿਵ ਔਰ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੇ ਰਿਜ਼ਲਟ ਜਿਹਨੂੰ ਆਉਂਦੇ ਆ, ਡੈਰੀਵੇਟਿਵ ਆਉਂਦਾ ਵਾ, ਉਹਦੇ ਵਾਸਤੇ ਕੋਈ ਪ੍ਰੋਬਲਮ ਨਹੀਂ ਹੈ। ਉਹ ਇੰਟੈਗਰਲ ਜਿਹੜਾ ਬੜੇ ਆਰਾਮ ਨਾਲ ਉਹਦੇ ਉੱਪਰ ਕੰਮ ਕਰ ਲੇਗਾ ਬੱਚਾ। log of x into y is equal to log x plus log y, ਇਹ ਸਾਰੇ ਬੜੇ ਕਾਮਨ ਰਿਜ਼ਲਟ ਨੇ, ਧਿਆਨ 'ਚ ਰੱਖਣਾ। ਇੱਥੇ ਇੱਕ ਚੀਜ਼ ਇਨਸ਼ੋਰ ਕਰ ਲੈਣੀ ਹੈ ਕਿ ਕਈ ਵਾਰੀ ਸਟੂਡੈਂਟਸ, ਮੈਂ ਅੱਗੇ ਜਾ ਕੇ ਵੀ ਦੱਸਾਂਗਾ ਵੈਸੇ, x plus y is equal to log of x plus log of y ਲਿਖ ਦਿੰਦੇ ਆ। ਇਹਨੂੰ ਇਨਸ਼ੋਰ ਕਰਨਾ ਕਿ ਇਹ ਨਹੀਂ ਕਦੀ ਹੁੰਦਾ, ਅਸੀਂ log ਨੂੰ ਫਰਦਰ ਡਿਵਾਈਡ ਨਹੀਂ ਕਰ ਸਕਦੇ ਅੱਗੇ। ਇਹ ਵੀ ਬੜੀ ਕਾਮਨ ਰਿਜ਼ਲਟ ਹੈ, log of x raised to power n log x, ਮੈਂ ਬੇਸ ਨਹੀਂ ਬੋਲ ਰਿਹਾ ਨਾਲ। log ਇਹਨੂੰ ਲਿਖਿਆ ਜਾ ਸਕਦਾ ਇਸ ਤਰ੍ਹਾਂ, log of b with base a is equal to log of b with base c, ਕਾਮਨ ਬੇਸ ਲੈ ਕੇ। ਇਹ ਵੀ ਰਿਜ਼ਲਟ ਬੜੇ ਇਸ ਫਰਦਰ ਜਿਹੜੇ ਆ ਪਰਟੀਕੂਲਰ ਕੇਸਿਸ ਹੈਗੇ ਨੇ। log 1 ਦੀ ਵੈਲਿਊ 0 ਹੁੰਦੀ ਹੈ। ਇਹ ਪਰਟੀਕੂਲਰ ਜਿਹੜੀਆਂ ਪ੍ਰੋਪਰਟੀਜ਼ ਹੈਗੀਆਂ ਨੇ, ਇਹਨਾਂ ਤੋਂ ਅਸੀਂ ਡਰਾਈਵ ਕੀਤੇ ਪਰਟੀਕੂਲਰ ਕੇਸਿਸ। ਅੱਗੇ ਵਧਦੇ ਜਲਦੀ ਨਾਲ। ਟ੍ਰਿਗਨੋਮੈਟ੍ਰਿਕ ਜਿਹੜੇ ਫੰਕਸ਼ਨਸ ਨੇ ਜਾਂ ਬਾਕੀ ਫੰਕਸ਼ਨਸ ਦੇ ਬੇਸਿਕ ਡੈਰੀਵੇਟਿਵਸ ਕੀ ਹੈ, ਸਾਈਨ ਦਾ ਡੈਰੀਵੇਟਿਵ, ਕਾਸ, ਔਰ ਇਹ ਚੀਜ਼ ਤੁਸੀਂ ਇਨਸ਼ੋਰ ਕਰਨੀ ਕਿ ਬੇਸਿਕ ਡੈਰੀਵੇਟਿਵਸ ਦੇ ਵਿੱਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਸਾਈਨ ਸੀਕੈਂਟ ਸਕੁਏਅਰ ਐਕਸ, ਇਸੇ ਤਰੀਕੇ ਨਾਲ cot ਦਾ ਡੈਰੀਵੇਟਿਵ ਮਾਈਨਸ ਕੋਸੀਕੈਂਟ ਸਕੁਏਅਰ, ਸੀਕੈਂਟ ਦਾ ਸੀਕੈਂਟ ਐਕਸ ਟੈਨ ਐਕਸ, ਕੋਸੀਕੈਂਟ ਦਾ ਡੈਰੀਵੇਟਿਵ ਮਾਈਨਸ ਕੋਸੀਕੈਂਟ ਐਕਸ cot ਐਕਸ। ਸਾਈਨ ਇਨਵਰਸ ਦਾ ਡੈਰੀਵੇਟਿਵ ਆਫ ਸਾਈਨ ਇਨਵਰਸ is equal to 1 over under the root 1 minus x square, cos inverse x minus 1 over under root 1 minus x square, the derivative of tan inverse 1 over 1 plus x square। ਬਹੁਤ ਇਹ ਸਾਰੇ ਰਿਜ਼ਲਟ ਯੂਜ਼ਫੁਲ ਨੇ ਸਾਡੇ ਲਈ। secant inverse derivative of secant inverse 1 over x into under the root x square minus 1 over x into x under the root x square minus 1, derivative of cosecant inverse x। next ਕੁਝ ਹੋਰ ਰਿਜ਼ਲਟਸ ਨੇ। derivative of x raised to power n into x raised to power n minus 1 already डिस्कस कर चुके हैं। derivative of u raised to power n with respect to x, n u raised to power n minus 1 du by dx।
derivative of log x 1 over x, derivative of log u 1 u du by dx, e raised to power x, e raised to power x, e raised to power u the derivative, e raised to power u du by dx, a raised to power x the derivative, a raised to power x log a, a raised to power u the ਡੈਰੀਵੇਟਿਵ ਵਿਦ ਰਿਸਪੈਕਟ ਟੂ ਐਕਸ ਕਰਦੇ ਹਾਂ ਤੇ a ਰੇਸਟ ਪਰ u ਇਨਟੂ log a du by dx, ਇਹ ਮੈਂ ਆਲਰੇਡੀ ਦੱਸ ਚੁੱਕਾ ਵਾਂ। ਇੱਥੇ ਸਟੂਡੈਂਟਸ ਮਿਸਟੇਕ ਕਰਦੇ। ਜਲਦੀ ਨਾਲ ਅਸੀਂ ਐਕਸਰਸਾਈਜ਼ 5.5 ਦੀ ਗੱਲ ਕਰਦੇ ਹਾਂ। ਐਕਸਰਸਾਈਜ਼ 5.5 ਦੇਖੋ, ਇਹਦੇ ਵਿੱਚ ਕੁਐਸਚਨਸ ਜਿਹੜੇ ਆ ਰਹੇ ਨੇ, ਇੱਥੇ log ਦੇ ਰਿਜ਼ਲਟ ਕਾਫੀ ਅਪਲਾਈ ਹੋਣੇ ਨੇ ਔਰ ਇਹਦੇ ਵਿੱਚ ਜਿਹੜੇ ਕੁਐਸਚਨਸ ਅਸੀਂ ਡਿਸਕਸ ਕਰਨੇ ਆ ਕਿ ਜਦੋਂ ਪਾਵਰ ਦੇ ਵਿੱਚ ਵੇਰੀਏਬਲ ਆ ਜਾਂਦੀ ਹੈ। ਮੈਂ ਥੋੜੀ ਜਿਹੀ ਇੱਥੇ ਗੱਲ ਕਰਦਾ ਕਿ ਸਪੋਜ਼ ਸਾਡੇ ਕੋਲ ਕੁਐਸਚਨ ਹੈ x ਰੇਜ਼ ਟੂ ਪਾਵਰ x, ਪਾਵਰ ਦੇ ਵਿੱਚ ਵੇਰੀਏਬਲ ਆ ਗਿਆ, ਅਗਰ ਵਿਦ ਰਿਸਪੈਕਟ ਟੂ dy by dx ਫਾਈਂਡ ਕਰਨਾ, ਤੇ ਸਟੂਡੈਂਟ ਕੀ ਕਰਦਾ, ਇੱਥੇ ਜਿਹੜੀ ਮਿਸਟੇਕ ਕਰਦਾ ਵਾ ਉਹ ਇਹਨੂੰ ਐਜ਼ ਯੂਜ਼ੂਅਲ ਜਿਵੇਂ ਪ੍ਰੀਵੀਅਸ ਕੁਐਸਚਨਸ ਉਹ ਐਕਸਰਸਾਈਜ਼ ਦੇ ਕੁਐਸਚਨ ਕਰਦਾ, ਇਹਨੂੰ ਉਸੇ ਤਰੀਕੇ ਨਾਲ ਡੀਲ ਕਰ ਲੈਂਦਾ। x ਰੇਜ਼ ਟੂ ਪਾਵਰ x ਮਾਈਨਸ 1 ਇਸੇ ਤਰੀਕੇ ਨਾਲ ਸੋਲਵ ਕਰ ਲੈਂਦਾ। ਜਾਂ ਇੱਥੇ ਸਪੋਜ਼ x ਰੇਜ਼ ਟੂ ਪਾਵਰ y ਹੈ ਤੇ ਉਹ ਇਹਦੀ ਅਗਰ ਇਹਦਾ ਡੈਰੀਵੇਟਿਵ ਫਾਈਂਡ ਕਰਨਾ ਵਾ u ਹੈ ਤੇ ਸਪੋਜ਼ ਅਸੀਂ du by dx ਕਰਨਾ ਤੇ ਉਹ ਇਹਨੂੰ ਇਸੇ ਤਰੀਕੇ ਨਾਲ ਡੀਲ ਕਰ ਲੈਂਦਾ y ਮਾਈਨਸ 1। ਇਹ ਗਲਤ ਹੈਗਾ ਵਾ, ਇਹ ਗਲਤ ਹੈ। ਔਰ ਇਸ ਪ੍ਰੋਬਲਮ 'ਚੋਂ ਕਿਸ ਤਰੀਕੇ ਨਾਲ ਅਸੀਂ ਇਹਨੂੰ ਇਸ ਪ੍ਰੋਬਲਮ ਨੂੰ ਸੋਲਵ ਕਰਨਾ, ਜਿਨ੍ਹਾਂ ਦੇ ਜਿਸ ਕੇਸ ਦੇ ਵਿੱਚ ਪਾਵਰ 'ਚ ਵੇਰੀਏਬਲ ਆ ਜਾਂਦਾ ਵਾ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਐਕਸਰਸਾਈਜ਼ ਦੇ ਵਿੱਚੋਂ ਕੁਐਸਚਨ ਲੈਂਦੇ ਆ। ਐਕਸਰਸਾਈਜ਼ ਦਾ ਕੁਐਸਚਨ ਲੈ ਕੇ ਚੱਲਦੇ ਹਾਂ ਅਸੀਂ। ਕੁਐਸਚਨ ਨੰਬਰ 3, क्वेश्चन नंबर 3 है y इज इक्वल टू log x रेज टू पावर cos x। NCERT का क्वेश्चन है, NCERT। जल्दी नाल देखते हैं की करांगे। पावर च वेरीएबल है, इत्थे log अप्लाई करांगे। टेकिंग log on both sides, log y log x रेज टू पावर cos x। ਹੁਣੇ ਤੁਹਾਨੂੰ ਦੱਸ ਚੁੱਕਾ ਮੈਂ ਰਿਜ਼ਲਟਸ ਜਿਹੜੇ ਅਸੀਂ ਡਿਸਕਸ ਕੀਤੇ ਆ। log m raised to power n can be written as n times log m। ਇਹ ਰਿਜ਼ਲਟ ਅਸੀਂ ਅਪਲਾਈ ਕਰਾਂਗੇ ਇੱਥੇ। ਹਾਂਜੀ, log y is equal to cos x log of log x। बेसिक डेरिवेटिव्स ਤੁਹਾਡੇ स्ट्रॉन्ग होने चाहिए, फिर फर्दर क्वेश्चन ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। डिफरेंशिएटिंग बोथ साइड with respect to x 1 over y dy by dx is equal to u into v अप्लाई होएगा, u into v cos x into derivative of this 1 over log x into derivative of log x 1 over x plus log of log x derivative of cos x minus sin x। So in this way dy by dx will be equal to y times cos x over x into log x minus sin x log of log x। ਇਸ ਤੋਂ ਬਾਅਦ ਤੁਸੀਂ y ਦੀ ਵੈਲਿਊ ਜਿਹੜੀ ਹੈ ਉਹ ਸਬਸਟੀਟਿਊਟ ਕਰ ਸਕਦੇ ਜੇ ਔਰ ਤੁਹਾਡੇ ਕੋਲ ਜਿਹੜਾ ਵਾ ਉਹ ਫਾਈਨਲ ਰਿਜ਼ਲਟ ਆ ਜਾਏਗਾ। dy by dx is equal to dy by dx is equal to log of log x raised to power cos x over x log x minus sin log of log x। ਇਹ ਤੁਹਾਡਾ ਫਾਈਨਲ ਆਨਸਰ। ਅੱਗੇ ਵਧਦੇ ਹਾਂ, ਨੈਕਸਟ ਕੁਐਸਚਨ ਅਸੀਂ ਸੋਲਵ ਕਰਦੇ ਹਾਂ ਇਸੇ ਐਕਸਰਸਾਈਜ਼ ਦੇ ਵਿੱਚੋਂ। ਕੁਐਸਚਨ ਨੰਬਰ ਅਸੀਂ ਡਿਸਕਸ ਕਰਦੇ ਹਾਂ 6th ਕੁਐਸਚਨ। एक्सरसाइज वही है 5.5 NCERT। क्वेश्चन नंबर 6, क्वेश्चन नंबर 6 x plus 1 over x
रेज टू पावर x प्लस x रेज टू पावर 1 प्लस 1 ओवर x। देखो किस तरह सॉल्व करना असी इस क्वेश्चन नू। बहुत बारी स्टूडेंट्स मिसटेक करता वा और डायरैक्ट ही लॉग अप्लाई कर, इधर भी लॉग इधर भी वही मैं रिजल्ट जो तुहानू ऑलरेडी दस चुका हूँ। इत्थे असीं लॉग अप्लाई करने तो पहला इनू की लिखांगे u प्लस v वेयर u इज इक्वल टू x प्लस 1 ओवर x रेज टू पावर x and v is equal to x raised to power 1 plus 1 over x. So from this relation, after the differentiating, we will get dy by dx is equal to du by dx plus dv by dx. So to calculate the dy by dx, we need du by dx and dv by dx. So here u is equal to x plus 1 over x raised to power x. Taking log on both sides, we get log u is equal to log x plus 1 over x raised to power x. So this implies log u is equal to x times log, after taking the LCM it will becomes x square plus 1 over x। इनू होर ज़्यादा सिंपलीफाई कर लो, डेरिवेटिव ईजी हो जाएगा, अदरवाइज इत्थे u ओवर v फर्दर अप्लाई करना पवेगा। इनू असीं होर लॉग का रिजल्ट अप्लाई कर लेने हैं, माइनस लॉग ऑफ x, लॉग ऑफ m ओवर n इज इक्वल टू लॉग ऑफ m माइनस लॉग ऑफ n। डिफरेंशिएशन कर दो, डिफरेंशिएटिंग बोथ साइड with respect to x, you will get 1 over u du by dx, इधर u इंटू v अप्लाई कर दो, x इंटू 1 over x square plus 1 into 2x minus 1 over x plus log x square plus 1 minus log x into 1 derivative of x1। So further solve करने तो बाद 1 over u du by dx is equal to x into LCM ला लेने x 2x square minus x square minus 1 over x times x square plus 1 प्लस इतने फिर इनू वापस लॉग ऑफ ए माइनस लॉग ऑफ बी नू वापस लिख लोगे तो यही बन जाएगा डी यू बाय डी एक्स, यू नू क्रॉस मल्टीप्लाई कर दो राइट हैंड साइड के ऊपर, साढ़े को की बचेगा एक्स स्क्वायर माइनस 1 ओवर एक्स स्क्वायर प्लस 1, यह कैंसिल हो जाएगी एक्स, प्लस लॉग ऑफ x प्लस 1 ओवर x, कि इक्वल आ जाएगा रिजल्ट साढ़े को, ये रिजल्ट बन जाएगा इज इक्वल टू u की सीगा u की वैल्यू साढ़े को लगी है x प्लस 1 ओवर x रेज टू पावर x स्क्वायर माइनस 1 ओवर x स्क्वायर प्लस 1 प्लस लॉग ऑफ, थोड़ी जगह की कमी है, x प्लस 1 ओवर x। ठीक है, मैंने उम्मीद है तुम समझ गए होगे। इनू इक्वेशन नंबर असी 2 कह देना, इक्वेशन नंबर 2। इसका दूसरा पार्ट v नू असी सॉल्व करते हैं। v किस तरह कैलकुलेट करना, v हैगा साडे कोल x रेज टू पावर 1 प्लस 1 ओवर x, लॉग असी ले लेना दोनों साइड ते,
log v is equal to 1 plus 1 over x इंटू log x, यही आएगा log अप्लाई करने तो बाद 1 over b dv by dx u इंटू वी अप्लाई कर दो 1 over 1 plus x इंटू 1 over x प्लस log x इंटू डेरीवेटिव ਇਹਦਾ ਕੀ ਆਏਗਾ 1 ਦਾ 0 ਤੇ 1 over x ਦਾ minus 1 over x square ਨੂੰ ਫਰਦਰ ਸੋਲਵ ਕਰਨ ਤੋਂ ਬਾਅਦ ਕੀ ਆ ਜਾਏਗਾ ਅਗਰ ਇਹਦਾ ਅਸੀਂ ਐਲਸੀਐਮ ਲੈਣੇ ਆ ਤੇ x square plus 1 over x square minus 1 over x square into log x dv by dx की आएगा v x square plus 1 minus log x over x square dv by dx is equal to v 1 plus 1 over x square plus 1 minus log x over x square on any equation number 3 कह दो from 1 2 and 3 dy by dx will be x raised to power x plus 1 over x raised to power x square minus 1 over x square plus 1 की सीगा साढ़े को प्लस log of x plus 1 over x plus x plus 1 over x plus ये du by dx की वैल्यू सी x raised to power 1 over x square plus 1 minus log x over x square यही ਤੁਹਾਡਾ फाइनल आंसर है क्वेश्चन नंबर ये किया 6 क्वेश्चन ठीक है जी ਹੁਣ ਇਸ ਤੋਂ ਬਾਅਦ ਨੈਕਸਟ क्वेश्चन ਅਸੀਂ डिस्कस करते हैं क्वेश्चन नंबर 9 क्वेश्चन नंबर 9 y is equal to किएगा वा x raised to power sin x plus sin x raised to power cos x सिंपली वही तरीका है पहले y नूं असी की लेना वा u plus v and dy by dx will be equal to du by dx plus dv by dx and now u is equal to sin x raised to power sin x after taking log on both sides it will be sin x log of x now 1 over u du by dx is equal to sin x into 1 over x plus log x into cos x du by dx will be x raised to power sin x over x plus log of x into cos x. Statement number 2. So we have v is equal to sin x raised to power cos x. So in the similar way, after taking log on both sides, log v will be equal to cos of x into log sin x. Differentiating both sides 1 over v dv by dx cos x 1 over sin x into cos x plus log sin x into minus sin x. So
1 over v dv by dx cos over sine cot x into cos x minus sin x into log sin x dv by dx will be equal to sin x raised to power cos x into cot x into cos x minus sin x log sin x. So easily we can find the value of dv by dx by substituting the values of we can find dy by dx by substituting the values of du by dx and dv by dx. Statement number 3. So dy by dx will be x raised to power sin x over x plus log x cos x plus sin x raised to power cos x cot x cos x plus minus sin x into log x. This is the final answer of question number 9. Now we will do the next question, question number 12. बेटे क्वेश्चन नंबर 12 ਦੇ ਵਿੱਚ ਦੇਖੋ ਬੱਚਾ ਕਨਫਿਊਜ਼ ਹੋ ਜਾਂਦਾ ਕਈ ਵਾਰੀ ਕਿ ਇਹ ਜਿਹੜਾ ਫੰਕਸ਼ਨ ਦਿੱਤਾ ਵਾ ਇਹ 'ਚ y ਨਹੀਂ ਕਿੱਥੇ ਦਿੱਤਾ, y dy by dx ਕਿਸ ਤਰ੍ਹਾਂ ਫਾਈਂਡ ਕਰਨਾ। ਇਸ ਕਰਕੇ ਇਹਨੂੰ ਵੀ ਉਸ ਜਦੋਂ ਵੀ ਇੱਕ ਸਾਈਡ ਤੇ ਸਾਡੇ ਕੋਲ ਦੋ ਫੰਕਸ਼ਨ ਐਡੀਸ਼ਨ ਜਾਂ ਸਬਟ੍ਰੈਕਸ਼ਨ ਹੈ ਤਾਂ ਉੱਥੇ u ਔਰ v ਅਜ਼ਿਊਮ ਕਰਕੇ ਹੀ ਸਾਨੂੰ ਚੱਲਣਾ ਪਏਗਾ, ਸਪੈਸ਼ਲੀ ਜਦੋਂ ਪਾਵਰ 'ਚ ਵੇਰੀਏਬਲ ਹੈ। ਤੇ ਇਹਨੂੰ ਅਸੀਂ ਉਸੇ ਤਰੀਕੇ ਨਾਲ u plus v is equal to 1 ਕਵਾਂਗੇ, differentiating both sides with respect to x du by dx plus dv by dx is equal to 0, constant है 1, equation number 1। ਹੁਣ ਅਸੀਂ du by dx ਤੇ dv by dx u ਕੀ ਹੈ x raised to power y, taking log on both sides, log x y इधर आ जाएगा, डिफ्रेंशिएट कर दिए 1 over u du by dx y into 1 over x plus log x into dy by dx और किया जाएगा साढ़े को du by dx की वैल्यू u राइट हैंड साइड चलेगा x रेज टू पावर y over x plus log x into dy by dx dy by dx। स्टेटमेंट नंबर 2। फर्दर वी साढ़े को हैगी वैल्यू y रेज टू पावर x, दिस इंप्लाइज log v is equal to x log y, 1 over v dv by dx is equal to x into 1 over y plus dy by dx plus log y into x dv by dx will be equal to v times x over y into dy by dx plus log y into x और इतने असी इसकी वैल्यू पुट करते हैं v की वैल्यू कितनी साढ़े को y रेज टू पावर x over y dy by dx plus log y x log y लिख दो चाहे ਇਹਨੂੰ ਸਟੇਟਮੈਂਟ ਨੰਬਰ 3 ਕਹਿ ਦੇਣਾ। ਹੁਣ ਇਹਦੀ ਵੈਲਿਊਜ਼ ਅਸੀਂ ਜਿਹੜੀਆਂ ਵਾ ਉੱਥੇ ਪੁੱਟ ਕਰਨੀਆਂ ਵਾ ਔਰ ਸਾਡੇ ਕੋਲ ਕੀ ਹੈ ਇਹਨਾਂ ਦੀਆਂ ਵੈਲਿਊਜ਼। ਨੈਕਸਟ ਹਾਂਜੀ ਸਾਡੇ ਕੋਲ ਸੀਗਾ du by dx plus dv by dx ਜਿਹੜਾ ਸੀਗਾ ਉਹ 0 ਸੀਗਾ। ਹੁਣ ਸਭ ਤੋਂ ਪਹਿਲਾਂ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਨੀਆਂ ਵਾ x raised to power y over x raised to power y
y over x plus log x into dy by dx plus y raised to power x into x over y dy by dx plus log y। वेरीफाई कर लिए एक बारी, x over y dy by dx x into log y। ਇੱਥੇ ਮਿਸਟੇਕ ਕੀਤੀ ਅਸੀਂ, x ਡੈਰੀਵੇਟਿਵ ਆਫ log y 1 over y dy by dx log y derivative of x 1। x over y, हाँ जी, log y। ਇਹਦੇ ਵਿੱਚ ਅਸੀਂ equal to 0 dy by d ਵਾਲੀਆਂ ਟਰਮਸ ਨੂੰ ਇਕੱਠਾ ਕਰ ਲੈਣਾ। ਇਹਨੂੰ ਕੀ ਜਦੋਂ ਮਲਟੀਪਲਾਈ ਕਰਾਂਗੇ ਤਾਂ ਕੀ ਲਿਖ ਸਕਦੇ ਹਾਂ, y minus 1 into y plus x raised to power y into log x dy by dx plus y raised to power x minus 1 into x dy by dx plus y raised to power x log y is equal to 0। dy by dx को टर्म में इकट्ठा कर लो और उन्हें dy by dx कॉमन ले लो, कि आ जाएगा x raised to power y log x plus y raised to power x minus 1 into x is equal to minus x raised to power y minus 1y plus y raised to power x log y। So in this way dy by dx will be equal to y minus 1 y plus y raised to power x log y over x raised to power y into log x plus y x power x minus 1 into x। ये साडा फाइनल आंसर आ गया क्वेश्चन नंबर 9 का। ठीक है जी, और मैंने उम्मीद है कि तुसीं इंजॉय कर रहे जे और बड़े आराम नाल। एक क्वेश्चन 9 नहीं सीगा, सॉरी, एक क्वेश्चन सीगा क्वेश्चन नंबर 12 सीगा। ठीक है, अगे बढ़ते हैं। असीं इसे सीरीज़ दे विच अगे चलते हैं। इस एक्सरसाइज दे विच मैनूं उम्मीद है कि तुसीं सारा कंसैप्ट समझ गए होगे। ਅਸੀਂ ਨੈਕਸਟ ਐਕਸਰਸਾइज चलते हैं, बड़ी जल्दी ਨਾਲ पैरामीट्रिक इक्वेशनस की गल करते हैं। पैरामीट्रिक ਜਿਹੜੀਆਂ इक्वेशनस ने उन्होंने सॉल्व किस तरह करेगा, फंक्शनस इन पैरामीट्रिक फॉर्म। देखो दोस्तों, ਜਦੋਂ ਸਾਡੇ ਕੋਲ ਹੁਣ ਤੱਕ ਅਸੀਂ ਇਸ ਤਰ੍ਹਾਂ ਦੇ फंक्शन पढ़े हुए हैं y = f(x) और कोई फंक्शन दो वेरीएबल है, सपोज उन्होंने आपस के कोई रिलेशन जोड़ा वा वो डायरैक्टली डिवेलप नहीं हो रहा, तो असी तीसरे वेरीएबल के थ्रू जो असी रिलेशन डिवेलप करते हैं और तीसरे वेरीएबल की कहने पैरामीटर। जिस तरह कई बारी घर हसबैंड और वाइफ की आपस के कोई मिसअंडरस्टैंडिंग हो जाती है, तो कोई भी घर का जोड़ा एक दूसरे को मैसेज देना, तो बच्चे के थ्रू मैसेज दिता जाता है कि अपनी मम्मी को कह दो है, अपने पापा को तुसीं कह दो ए कह दो, बच्चे को कहा जाता। इस तरीके नाल साडे कोल एक वेरीएबल है, तीसरा पैरामीटर असी इंट्रोड्यूस किया वा एक्स और वाई दे विच रिलेशन डिवेलप करने वास्ते। और जनरली असी उस पैरामीटर को की लै लैंदे हैं कि अगर साडे कोल टी कोई पैरामीटर है, एक्स = एफ ऑफ टी और वाई = एफ ऑफ टी, तीसरा असी वेरीएबल इंट्रोड्यूस कर लिया, पैरामीटर कहने उन्होंने। असी जल्दी नाल क्वेश्चन वाली साइड चलते हैं कि अगर इस तरह पैरामीट्रिक फॉर्म के विच अगर असी dy by dx फाइंड करना हो तो उसका तरीका की है, चेन रूल के थ्रू असी पहुँचांगे। dy by dt dt by dx इन्हों लिखा जा सकता वा dy by dx = dy by dt over dx by dt, where dx by dt should not equal to 0। क्वेश्चन करते हैं जी, एक्सरसाइज 5.6
एक्सरसाइज 5.6 का पहला ही क्वेश्चन बड़ा ईजी है, तुम रियल इंजॉय करोगे। क्वेश्चन नंबर 1 एक्सरसाइज 5.6। वीडियो ज़्यादा लंबी ना हो जाए, इस करके मैं जल्दी नाल इहनूं कोशिश करदा फिनिश करन दी। एक्सरसाइज 5.6 NCERT। हाँ जी दोस्तों, x इज इक्वल टू 2at स्क्वेयर, y इज इक्वल टू at⁴। ਅਸੀਂ ਸਿੰਪਲੀਫਾਈ ਕਰਦੇ ਹਾਂ। ਬੇਸਿਕ ਡੈਰੀਵੇਟਿਵ ਮੈਂ ਉਮੀਦ ਕਰਦਾ ਕਿ ਤੁਹਾਡੇ ਬਿਲਕੁਲ ਸਟਰੋਂਗ ਨੇ। dx/dt 2a ਕਾਂਸਟੈਂਟ ਹੈ, 2t ਵਿਦ ਰਿਸਪੈਕਟ ਟੂ t ਕਰ ਰਹੇ ਹਾਂ। dy/dt a ਕਾਂਸਟੈਂਟ ਹੈ, 4t³। ਸੋ 4at and 4at³। We know that dy/dx is dy/dt over dx/dt. So in this way, dy/dt is 4at³ over 4at. So our final answer is t square dy/dx. In the similar way, we will do the question number 5. Question number 5. Question number 5. Y is equal to x is equal to cos theta minus cos 2 theta. Y is equal to sin theta minus sin 2 theta. इत्थे पैरामीटर थीटा साडे कोल dx/d थीटा फाइंड करते हैं जल्दी ना। cos दा माइनस sin थीटा माइनस माइनस प्लस sin 2 theta into 2 minus sin theta plus 2 times sin 2 theta dy/d theta cos theta minus cos 2 theta into 2. So dy/dx will be dy/d theta over dx/d theta. It will be cos theta minus 2 times cos 2 theta over 2 times sin 2 theta minus sin theta। आ गया जी आंसर ਤੁਹਾਡਾ। ਅੱਗੇ बढ़ते हैं, एक क्वेश्चन डिस्कस करते हैं। क्वेश्चन नंबर 11। क्वेश्चन नंबर 11 की है, x इज इक्वल टू a साइन इनवर्स t अंडर द रूट a पावर, y की है अंडर द रूट a रेज़ टू पावर cos इनवर्स t। असी शो की करना वा, साडा टारगेट हैगा जी dy/dx इक्वल टू -1 y ओवर x। ਇੱਥੇ ਤੱਕ ਪਹੁੰਚਣਾ ਵਾ। ਜਲਦੀ ਨਾਲ ਇਹਨੂੰ ਨਾ ਥੋੜਾ ਸਿੰਪਲੀਫਾਈ ਕਰਨ ਵਾਸਤੇ ਮੈਂ ਚਾਹੁੰਦਾ ਵਾਂ ਕਿ ਇਹਨੂੰ ਸਕੇਅਰਿੰਗ ਕਰ ਲਈਏ, ਤੁਹਾਡੇ ਡੈਰੀਵੇਟਿਵ ਥੋੜਾ ਈਜ਼ੀ ਹੋ ਜਾਏਗਾ। ਸਾਈਨ ਇਨਵਰਸ t, ਇਹਨੂੰ ਡਿਫਰੈਂਸ਼ੀਏਟ ਕਰੋ 2x dx/dt ਤੇ a ਟਾਈਮਸ ਸਾਈਨ ਇਨਵਰਸ। ਇਹਦੀ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ t ਕਿੰਨੀ ਹੋਊਗੀ ਦੱਸ ਚੁੱਕਾ ਤੁਹਾਨੂੰ। ਡੈਰੀਵੇਟਿਵ ਆਫ e ਰੇਜ਼ ਟੂ ਪਾਵਰ u ਕੀ ਹੁੰਦਾ, e ਰੇਜ਼ ਟੂ ਪਾਵਰ u du/dx। ਕੀ ਆ ਜਾਏਗਾ ਦਾ ਡੈਰੀਵੇਟਿਵ ਸਾਈਨ ਇਨਵਰਸ ਦਾ 1 ਓਵਰ ਅੰਡਰ ਦਾ रूट 1 ਮਾਈਨਸ टी स्क्वायर। ਇਹਨੂੰ ਥੋੜਾ ਹੋਰ ਸਿੰਪਲੀਫਾਈ ਕਰਦੇ ਆ, d2x dx/dt ਇਹਦੀ ਜਗ੍ਹਾ ਤੇ ਸਬਸਟੀਟਿਊਟ ਕਰ ਦਿਓ x ਸਕੁਆਇਰ। ਫਾਈਨਲ ਆਨਸਰ ਸਾਨੂੰ xy ਦੀ ਫਾਰਮ ਚ ਚਾਹੀਦੀ ਹੈ, ਰਾਈਟ ਹੈਂਡ ਸਾਈਡ ਓਵਰ ਅੰਡਰ ਦਾ रूट 1 ਮਾਈਨਸ टी स्क्वायर। 2x ਨੂੰ ਅਸੀਂ ਇੱਧਰ ਸ਼ਿਫਟ ਕਰਦੇ ਆ, ਸਾਡਾ ਕੀ ਆ ਜਾਏਗਾ dx/dt x स्क्वायर ओवर 2x इंटू 1 माइनस टी स्क्वायर। कटिंग करने तो बाद साढ़े को रह जाएगा x ओवर 2 टाइम्स अंडर द रूट 1 माइनस टी स्क्वायर। dy/d इथों y स्क्वायर पहले फाइंड कर लो, a रेज़ टू पावर cos इनवर्स t 2y dy/dt is a रेज़ टू पावर cos इनवर्स t -1 ओवर अंडर द रूट 1 माइनस टी स्क्वायर। उस तरीके जिधर इधर dx/dt फाइंड किया वा,
ਉਸੇ ਤਰੀਕੇ ਨਾਲ ਸਾਡੇ ਕੋਲ ਇਹ ਰਿਜ਼ਲਟ ਜਿਹੜਾ ਉਹ ਬਣ ਜਾਏਗਾ -y/2 ਟਾਈਮਸ √1 - t ਸਕੁਅਰ। ਜਦੋਂ ਤੁਸੀਂ dy/dx ਫਾਈਂਡ ਕਰੋਗੇ ਤੇ ਇੱਥੇ dy/dt ਓਵਰ dx/dt ਲਿਖੋਗੇ ਤੇ ਡਿਨੋਮੀਨੇਟਰ ਦੋਨਾਂ ਦਾ ਸੇਮ ਹੈ, ਕੈਂਸਲ ਹੋ ਜਾਏਗਾ। ਸਾਡੇ ਕੋਲ ਕੀ ਬਚੇਗਾ -y/x। ਇਹੀ ਅਸੀਂ ਜਿਹੜਾ ਸੀਗਾ ਉਹ ਪ੍ਰੂਵ ਕਰਨਾ ਸੀਗਾ। ਜਲਦੀ ਨਾਲ ਅੱਗੇ ਵਧਦੇ ਹਾਂ। ਸੈਕੰਡ ਆਰਡਰ ਡੈਰੀਵੇਟਿਵ ਦੋਸਤੋ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਹੈ, ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਔਰ ਮੇਰੀ ਇੱਕ ਸਲਾਹ ਵਾ, ਅਗਰ ਡੈਰੀਵੇਟਿਵ ਦੇ ਵਿੱਚ ਤੁਸੀਂ ਸਟਰੋਂਗ ਹੋ ਜਾਂਦੇ, ਜੇ ਮੈਂ ਸਟਾਰਟਿੰਗ 'ਚ ਵੀਡੀਓ 'ਚ ਕਿਹਾ ਵਾ ਕਿ ਫਿਰ ਤੁਹਾਨੂੰ ਇੰਟੈਗਰਲ ਜਿੰਨਾ ਵੀ ਫਰਦਰ ਸਾਡਾ ਪਾਰਟ ਹੈ ਸੈਕੰਡ ਵੋਲੀਅਮ ਦਾ, ਇੰਟੈਗਰਲ, ਐਪਲੀਕੇਸ਼ਨ ਆਫ ਇੰਟੈਗਰਲ, ਦੈਨ ਡਿਫਰੈਂਸ਼ੀਅਲ ਇਕੁਏਸ਼ਨ, ਕੋਈ ਮੁਸ਼ਕਿਲ ਨਹੀਂ ਆਏਗੀ। ਈਜ਼ੀਲੀ ਤੁਸੀਂ ਜਿਹੜਾ ਵਾ ਉਹ ਸਾਰੇ ਚੈਪਟਰਸ ਕਰ ਪਾਓਗੇ। ਸੈਕੰਡ ਡੈਰੀਵੇਟਿਵ ਜਿਹੜਾ ਉਹ ਕਿਸ ਤਰੀਕੇ ਨਾਲ ਫਾਈਂਡ ਕਰਦੇ ਆ। ਸੈਕੰਡ ਡੈਰੀਵੇਟਿਵ ਕੀ ਹੈ ਕਿ ਸਪੋਜ਼ ਅਸੀਂ dy/dx ਹੈ ਫਸਟ ਆਰਡਰ ਡੈਰੀਵੇਟਿਵ। ਅਗਰ ਸੈਕੰਡ ਆਰਡਰ ਡੈਰੀਵੇਟਿਵ ਇਹਦਾ ਲਿਖਦੇ ਆ ਤਾਂ ਲਿਖਣ ਦਾ ਤਰੀਕਾ ਕੀ ਹੈ, d² y/dx ਸਕੁਅਰ। ਇੱਕ ਐਗਜ਼ਾਮਪਲ ਲੈ ਕੇ ਅਸੀਂ ਡਿਸਕਸ ਕਰਦੇ ਹਾਂ। ਸਪੋਜ਼ ਸਾਡੇ ਕੋਲ ਐਕਸਰਸਾਈਜ਼ ਜਿਹੜੀ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈਗੀ ਆ ਐਕਸਰਸਾਈਜ਼ 5.7। ਦੋਸਤੋ ਐਕਸਰਸਾਈਜ਼ 5.7 'ਚ ਬੜੇ ਈਜ਼ੀ ਸਮ ਨੇ ਔਰ ਰੀਅਲੀ ਤੁਸੀਂ ਇੰਜੋਏ ਡੈਰੀਵੇਟਿਵ ਨੂੰ ਫਿਰ ਕਰੋਗੇ। ਔਰ ਸੈਕੰਡ ਆਰਡਰ ਡੈਰੀਵੇਟਿਵ ਦੇ ਕੁਐਸਚਨ ਅਸੀਂ ਤੇ ਡਿਸਕਸ ਕਰਨੇ ਆ। x² 20 ਹੈ ਸਪੋਜ਼, dy/dx ਕੀ ਹੋ ਜਾਏਗਾ 20x⁻19 d² y/dx²। ਉਸੇ ਤਰੀਕੇ ਨਾਲ ਹੁਣ ਇਹਨੂੰ ਡਿਫਰੈਂਸ਼ੀਏਟ ਕਰ ਦੇਣਾ। 20x⁻19 20 ਤੇ ਕਾਂਸਟੈਂਟ ਹੈ, 19x⁻18 ਤੇ ਕੀ ਆ ਜਾਏਗਾ ਸਾਡੇ ਕੋਲ 380x⁻18। ਅੱਗੇ ਵਧਦੇ ਹਾਂ। ਅੱਗੇ ਅਸੀਂ ਗੱਲ ਕਰਦੇ ਹਾਂ ਕੁਐਸਚਨ ਨੰਬਰ 7 ਦੀ। ਦੋਸਤੋ ਕੁਐਸਚਨ ਨੰਬਰ 7 ਹੈਗਾ e⁻6x y = e⁻6x cos 3x। ਹਾਂਜੀ, dy/dx u/v ਅਪਲਾਈ ਕਰੋਗੇ, e⁻6x cos ਦਾ ਡੈਰੀਵੇਟਿਵ ਮਾਈਨਸ sin 3x ਦੀ ਡਿਫਰੈਂਸ਼ੀਏਸ਼ਨ 3 प्लस cos 3x e⁻6x डेरिवेटिव ऑफ 6x 6। हाँ जी, सिंपलीफाई करते हैं 3 - 3 टाइम्स sin 3x इंटू e⁻6x प्लस 6 टाइम्स e⁻6x इंटू cos 3x। इस तरह करोगे तो e⁻6x ਨੂੰ ਕਾਮਨ ਲੈ ਲੈਂਦੇ ਆ। ਪੋਜ਼ਿਟਿਵ ਜਿਹੜੀ ਕੁਆਂਟੀਟੀ ਆ ਰਹੀ ਸਾਡੇ ਕੋਲ 6 ਟਾਈਮਸ cos 3x ਨੂੰ ਪਹਿਲਾਂ ਲਿਖ ਲੈਂਦੇ ਆ, ਨੈਗੇਟਿਵ ਵਾਲੀ ਟਰਮ ਨੂੰ ਜਿਹੜਾ ਵਾ ਉਹ ਬਾਅਦ 'ਚ ਲਿਖ ਲੈਂਦੇ ਆ। ਫਰਦਰ ਡਿਫਰੈਂਸ਼ੀਏਟ ਕਰਦੇ ਆ। ਸੈਕੰਡ ਡੈਰੀਵੇਟਿਵ ਡਿਫਰੈਂਸ਼ੀਏਟਿੰਗ ਅਗੇਨ ਵਿਦ ਰਿਸਪੈਕਟ ਟੂ x, ਤੇ ਜਦੋਂ ਲੈਫਟ ਹੈਂਡ ਸਾਈਡ ਕਰਾਂਗੇ ਤੇ ਉਹ dy/d² y/dx² ਹੋ ਜਾਏਗੀ। ਇੱਥੇ ਫਿਰ u/v ਅਪਲਾਈ ਕਰਾਂਗੇ। ਹੁਣ ਸਾਡੇ ਵਾਸਤੇ ਇਹ ਜਿਹੜਾ ਫੰਕਸ਼ਨ ਆ ਇਹਨੂੰ ਅਸੀਂ u ਕਹਾਂਗੇ ਤੇ ਇਹ ਬਾਕੀ ਜਿਹੜਾ ਪੂਰੇ ਦਾ ਪੂਰਾ ਫੰਕਸ਼ਨ ਆ ਉਹਨੂੰ ਅਸੀਂ v ਕਹਾਂਗੇ। ਇਸ ਚੀਜ਼ ਦਾ ਧਿਆਨ ਰੱਖਣਾ। e⁻6x ਡੈਰੀਵੇਟਿਵ ਇਹਦਾ ਕੀ ਆਏਗਾ 6 ਇੰਟੂ cos ਦਾ ਮਾਈਨਸ sin 3x इंटू 3 माइनस 3 साइन द डिफरेंशिएट द डेरिवेटिव cos 3x इंटू 3 प्लस ए फंक्शन एज इट इज रह जाएगा 6 टाइम्स cos 3x माइनस 3 टाइम्स sin 3x डेरिवेटिव ऑफ e⁻6x की आ जाएगा। हाँ जी, इनू असी फर्दर सिंपलीफाई करते हैं। ਕੀ ਸੀਗਾ ਸਾਡੇ ਕੋਲ e⁻6x ਨੂੰ ਕਾਮਨ ਲੈ ਲਈਏ, d² y/dx² ਕਿਹਦੇ ਇਕੁਅਲ ਆਏਗਾ e⁻6x। ਹਾਂਜੀ, माइनस 18 sin 3x
-18 sin 3x -9 cos 3x uh, 36 cos 3x हाँ जी लास्ट टर्म आ जाएगी -18 sin 3x। सिंपलीफाई करते हैं e⁻⁶x इतों साढ़े को की बचेगा 27 cos 3x -36 sin 3x। इस तरीके नाल तुसीं सैकेंड डेरीवेटिव फाइंड कर लेना। अगे बढ़ते हैं असीं क्वेश्चन नंबर 12 डिस्कस करते हैं की सीगा y सानू ने स्टेटमेंट दी है कि इफ y इज इक्वल टू cos इनवर्स x फाइंड dy by dx in terms of y alone। इन्हू थोड़ा जा असी इनिशियल स्टेज के उपर फंक्शन थोड़ा चेंज कर लेने मॉडिफाई कर लेने cos y इनू लिख लेने cos y इज इक्वल टू x। हम डिफरेंशिएट करते हैं डिफरेंशिएटिंग विद रिस्पेक्ट टू x cos y का डेरीवेटिव माइनस sin y dy by dx इज इक्वल टू 1 dy by dx की इक्वल आ गया माइनस असी सैकेंड डेरीवेटिव फाइंड करना सॉरी -1 ओवर sin y dy by dx इज इक्वल टू माइनस कोसेकेंड y डी स्केयर y by dx स्केयर डिफरेंशिएट करते हैं जी माइनस कोसेकेंड का माइनस कोसेकेंड y cot y dy by dx विद रिस्पेक्ट टू x कर रहे हैं ना। अगे बढ़ते हैं प्लस डी स्केयर y by dx स्केयर एक ही हो जाएगा साढ़े को कोसेकेंड y cot y और -1 ओवर sin y और साढ़े को की आएगा इस तो बाद सिंपलीफाई करने तो बाद साइन भी ऊपर जाके कोसेकेंड बन जाएगा माइनस कोसेकेंड स्केयर y cot y। तो ये देख लो जी तुसीं इन टर्म्स ऑफ y हैगा। इस तो अगे बढ़ते हैं उन्हें डेरीवेटिव सैकेंड ऑर्डर डेरीवेटिव क्या सीगा कि इन टर्म्स ऑफ y होना चाहिए। इस तो बाद एक क्वेश्चन मैं होर डिस्कस करदा है क्वेश्चन नंबर 15 सानू की दिता है y इज इक्वल टू 500 e⁻⁷x प्लस 600 e⁻⁻⁷x और शो की करना असी साडा टारगेट की है डी स्केयर y by dx स्केयर शुड बी इक्वल टू 49y। डिफरेंशिएट कर दो dy by dx 500 e⁻⁷x इंटू 7 600 e⁻⁻⁷x इंटू -7 दोबारा फिर कर दो डिफरेंशिएट डी स्केयर y by dx स्केयर 500 e⁻⁷x यदि डिफरेंशिएशन फिर करोगे वही आ जाएगा 7x की रिपीट होएगी फिर 7 इंटू 7 7 स्केयर 600 कांस्टेंट है एज इट इज़ आ जाएगा। यदि डिफरेंशिएशन दोबारा आएगी -7 दोबारा -7 का स्केयर तो -7 का स्केयर और 7 का स्केयर 49 कॉमन ले लो की बचेगा अंदर प्लस 600 e⁻⁷x और एक की वैल्यू है y की और यही असी जो रिजल्ट प्रूव करना सीगा। एक क्वेश्चन होर लास्ट करवावांगा इस तो बाद नैक्सट वीडियो असीं डिस्कस करना मीन वैल्यू थ्योरम। एक क्वेश्चन लास्ट करवाना इसी एक्सरसाइज का क्वेश्चन नंबर 17 y इज इक्वल टू tan इनवर्स x का होल स्केयर और असी प्रूव की करना वा x स्केयर +1
होल स्क्वायर y2 प्लस 2x एक्स स्क्वायर प्लस 1 y1 प्लस इज इक्वल टू 2। दोस्तों dy बाय dx ਜਿਹੜਾ ਵਾ ਉਹਨੂੰ y1 ਵੀ ਕਿਹਾ ਜਾਂਦਾ ਹੈ ਤੇ y ਡੈਸ਼ ਵੀ ਕਿਹਾ ਜਾਂਦਾ ਹੈ। d ਸਕੁਅਰ y ਬਾय dx ਸਕੁਅਰ ਨੂੰ y2 ਵੀ ਕਿਹਾ ਜਾਂਦਾ ਤੇ y ਡਬਲ ਡੈਸ਼ ਵੀ ਕਿਹਾ ਜਾਂਦਾ। ਧਿਆਨ ਨੋਟ ਕਰ ਲਓ। dy ਬਾय dx ਫਾइंड ਕਰਨ ਲੱਗਾ ਮੈਂ ਔਰ ਉਹਨੂੰ y1 ਵੀ ਕਹਿ ਸਕਦੇ ਆ। ਕਿਹਦੇ ਇਕੁਅਲ ਆਏਗਾ 2 ਟਾਈਮਸ tan ਇਨਵਰਸ x ਇਨਟੂ tan ਇਨਵਰਸ x ਦਾ ਡੈਰੀਵੇਟਿਵ ਆਏਗਾ tan ਇਨਵਰਸ x y1 ਕਿਹਦੇ ਇਕੁਅਲ ਆ ਰਿਹਾ 2 ਟਾਈਮਸ tan ਇਨਵਰਸ x इनटू 1/1 प्लस एक्स स्क्वायर क्रॉस मल्टीप्लाई कर दो 1 प्लस एक्स स्क्वायर नू लैफ्ट हैंड साइड 2 टाइम्स tan इनवर्स x डिफरेंशिएट कर दो फिर दोबारा विद रिस्पेक्ट टू x की बन जाएगा u इंटू वी अप्लाई करो y1 की डिफरेंशिएशन y2 डेरिवेटिव ऑफ 1 प्लस एक्स स्क्वायर सॉरी डेरिवेटिव ऑफ 1 प्लस एक्स स्क्वायर क्या आएगा 2x इज इक्वल टू डेरिवेटिव ऑफ tan इनवर्स x 1/1 प्लस एक्स स्क्वायर। इनू फर्दर सॉल्व करने तो बाद साडे कोल की आएगा 1 प्लस एक्स स्क्वायर 1 प्लस एक्स स्क्वायर इंटू y2 2x y1 y1 is equal to 2/1 plus x square क्रॉस मल्टीप्लाई कर दो लेफ्ट हैंड साइड होल स्क्वायर y2 प्लस 2x टाइम्स 1 प्लस x स्क्वायर y1 इज इक्वल टू 2। यही जो रिजल्ट सीगा वो असी प्रूव करना सीगा और इतों तक असी कर चुके हैं एक्सरसाइज 5.7 तक। सो दोस्तों थैंक यू वेरी मच। हसते रहो और खुश रहो इस तरीके नाल। अगर किसी की भी कोई मुश्किल है इस तो इलावा और किसी क्वेश्चन के प्रॉब्लम है तो तुसीं मैनू मेल करके अपनी प्रॉब्लम भेज सकते जे। मैं कोशिश करांगा तुहानू रिप्लाई जिहड़ी आ वो रिप्लाई दे विच उहदा सल्यूशन भेज दा। थैंक यू वेरी मच। हसते रहो जिउंदे रहो।